आफ्टरनून स्टूडेंट्स। ਅੱਜ ਦਾ ਟੌਪਿਕ ਹੈਗਾ ਆ ਰੀਡਿੰਗ। ਕੱਲ ਦੀ ਕਲਾਸ 'ਚ ਅਸੀਂ ਸੋਰਸਿਸ ਆਫ ਇਨਫੋਰਮੇਸ਼ਨ ਡਿਸਕਸ ਕੀਤਾ ਸੀਗਾ ਤੇ ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨਾ ਆ ਦੈਟ ਇਜ਼ ਰੀਡਿੰਗ। ਦੇਖੋ ਹੁਣ ਜਿਹੜੀ ਰੀਡਿੰਗ ਹੈ ਨਾ, ਰੀਡਿੰਗ ਬਹੁਤ ਹੀ ਇੰਪੋਰਟੈਂਟ ਹੈ ਬਿਕੋਜ਼ ਰੀਡਿੰਗ ਕਿਸੇ ਵੀ ਲੈਂਗੁਏਜ ਨੂੰ, ਮਤਲਬ ਜਿਹੜੀ ਵੀ ਭਾਸ਼ਾ 'ਚ ਅਸੀਂ ਰੀਡਿੰਗ ਕਰ ਰਹੇ ਹਾਂ, ਦੇਖੋ ਹੁਣ ਰੀਡਿੰਗ ਕੀ ਹੋ ਸਕਦੀ ਹੈ, ਇੰਗਲਿਸ਼ ਰੀਡਿੰਗ ਵੀ ਹੋ ਸਕਦੀ ਹੈ, ਹਿੰਦੀ ਰੀਡਿੰਗ, ਪੰਜਾਬੀ ਰੀਡਿੰਗ। ਹੁਣ ਜਿਹੜੀ ਵੀ ਰੀਡਿੰਗ, ਜਿਹੜੇ ਵੀ ਸਬਜੈਕਟ ਦੀ ਰੀਡਿੰਗ ਅਸੀਂ ਕਰ ਰਹੇ ਹਾਂ ਨਾ, ਉਹ ਜਿਹੜੀ ਰੀਡਿੰਗ ਹੈ ਉਹ ਬੇਸਿਕਲੀ ਸਾਨੂੰ ਕੀ ਇਜ਼ ਦਾ ਪ੍ਰੋਸੈਸ ਆਫ ਲੈਂਗੁਏਜ ਐਕੁਇਜ਼ੀਸ਼ਨ। ਠੀਕ ਹੈ, ਰੀਡਿੰਗ ਬੇਸਿਕਲੀ ਕੀ ਹੈ, ਇੱਕ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ ਥਰੂ ਅਸੀਂ ਲੈਂਗੁਏਜ ਐਕੁਇਜ਼ੀਸ਼ਨ ਕਰਾਂਗੇ। ਠੀਕ ਹੈ, ਲੈਂਗੁਏਜ ਐਕੁਇਜ਼ੀਸ਼ਨ ਕੀ ਹੁੰਦੀ ਹੈ? ਲੈਂਗੁਏਜ ਐਕੁਇਜ਼ੀਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਕਰਕੇ ਜਿਹੜੇ ਹਿਊਮਨ ਬੀਇੰਗਸ ਨੇ ਉਹ ਕਿਸੇ ਵੀ ਲੈਂਗੁਏਜ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ, ਉਹਨਾਂ ਨੂੰ ਨੌਲੇਜ ਪ੍ਰਾਪਤ ਹੁੰਦੀ ਹੈ ਕਿ ਜੋ ਲੈਂਗੁਏਜ ਉਹ ਪੜ੍ਹ ਰਹੇ ਨੇ ਉਹਦੇ ਐਲਫਾਬੈਟਸ ਕਿਸ ਤਰ੍ਹਾਂ ਦੇ ਨੇ, ਉਹਨਾਂ ਨੂੰ ਜੋੜ ਕੇ ਕਿਸ ਤਰ੍ਹਾਂ ਪੜ੍ਹਨਾ ਆ। ਠੀਕ ਹੈ, ਜਾਂ ਫਿਰ ਜੋ ਵੀ ਅਸੀਂ ਰੀਡ ਕਰ ਰਹੇ ਹਾਂ ਉਹਨੂੰ ਅੰਡਰਸਟੈਂਡ ਕਰਨ ਦੀ ਪ੍ਰਤਿਭਾ ਸਾਡੇ 'ਚ ਜਦ ਪੈਦਾ ਹੁੰਦੀ ਹੈ, ਉਹ ਕਿਹਦੇ ਥਰੂ ਹੁੰਦੀ ਹੈ? ਉਹ ਰੀਡਿੰਗ ਦੇ ਥਰੂ ਹੁੰਦੀ ਹੈ। ਠੀਕ ਹੈ, ਰੀਡਿੰਗ ਕਰਕੇ ਹੀ ਅਸੀਂ ਕਿਸੇ ਵੀ ਲੈਂਗੁਏਜ ਦੇ ਵਰਡਸ ਨੂੰ ਅੰਡਰਸਟੈਂਡ ਕਰ ਪਾਉਂਦੇ ਹਾਂ। ਠੀਕ ਹੈ, ਸੈਂਟੈਂਸਿਸ ਬਣਾ ਪਾਉਂਦੇ ਹਾਂ ਉਹ ਵਰਡਸ ਨੂੰ ਯੂਜ਼ ਕਰਕੇ, ਜਾਂ ਫਿਰ ਵਰਡਸ ਨੂੰ ਯੂਜ਼ ਕਰਕੇ ਜਦ ਅਸੀਂ ਸੈਂਟੈਂਸਿਸ ਬਣਾ ਰਹੇ ਹਾਂ ਤੇ ਲੋਕਾਂ ਦੇ ਨਾਲ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ। ਠੀਕ ਹੈ, ਤੇ ਇਹ ਜਿਹੜਾ ਪ੍ਰੋਸੈਸ ਹੈ ਦੈਟ ਪ੍ਰੋਸੈਸ ਇਜ਼ ਕਾਲਡ ਐਜ਼ ਲੈਂਗੁਏਜ ਐਕੁਇਜ਼ੀਸ਼ਨ, ਜਿਹਦੇ ਕਰਕੇ ਜਿਹੜਾ ਹਿਊਮਨ ਬੀਇੰਗ ਹੈ ਉਹਦੀ ਕਪੈਸਿਟੀ ਇਨਕਰੀਜ਼ ਹੁੰਦੀ ਹੈ ਕਿਸੇ ਵੀ ਭਾਸ਼ਾ ਨੂੰ ਸਮਝਣ ਲਈ, ਤਾਂ ਕਿ ਫਰਦਰ ਉਹ ਉਸ ਭਾਸ਼ਾ ਨੂੰ ਸਮਝ ਕੇ ਉਸ ਭਾਸ਼ਾ ਦੀ ਵਰਤੋਂ ਕਰ ਸਕੇ ਲੋਕਾਂ ਨਾਲ ਗੱਲਬਾਤ ਕਰਨ ਲਈ, ਕਮਿਊਨੀਕੇਟ ਕਰਨ ਲਈ। ਹੁਣ ਜਿਹੜਾ ਰੀਡਿੰਗ ਹੈ, ਰੀਡਿੰਗ ਦੀ ਹੈਲਪ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਜਦ ਅਸੀਂ ਜ਼ਿਆਦਾ ਰੀਡਿੰਗ ਕਰ ਰਹੇ ਹਾਂ ਨਾ ਤੇ ਉਹਦੇ ਨਾਲ ਸਾਡੀ ਵੋਕੈਬਲਰੀ ਇਨਕਰੀਜ਼ ਹੁੰਦੀ ਹੈ, ਸਾਨੂੰ ਪਤਾ ਲੱਗਦਾ ਆ ਕਿ ਕਿਹੜਾ ਵਰਡ ਸਹੀ ਤਰੀਕੇ ਨਾਲ ਕਿਸ ਜਗ੍ਹਾ ਤੇ ਯੂਜ਼ ਕਰਨਾ ਹੈ। ਠੀਕ ਹੈ, ਇਹਦੇ ਨਾਲ ਸਾਡੇ ਕਮਿਊਨੀਕੇਸ਼ਨ ਸਕਿੱਲਸ ਵੀ ਇੰਪਰੂਵ ਹੁੰਦੇ ਹੈ। ਅਸੀਂ ਲੋਕਾਂ ਨਾਲ ਜੋ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਆਈਡੀਆ ਸ਼ੇਅਰ ਕਰਨੇ ਹੈ, ਉਹ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਲੋਕਾਂ ਨਾਲ ਸ਼ੇਅਰ ਕਰ ਸਕਦੇ ਹਾਂ। ਜਿਹੜਾ ਰੀਡਰ ਹੈ, ਰੀਡਰ ਕੀ ਕਰਦਾ ਹੈ? ਬੇਸਿਕਲੀ ਰੀਡਿੰਗ ਸਟ੍ਰੈਟਜੀਜ਼ ਨੂੰ ਯੂਜ਼ ਕਰਕੇ ਹੈਲਪ ਕਰ ਰਿਹਾ ਆ ਜਾਂ ਅਸਿਸਟ ਕਰ ਰਹੀ ਹੈ ਰੀਡਿੰਗ ਸਟ੍ਰੈਟਜੀ ਕਿਸੇ ਵੀ ਸਿੰਬਲਸ ਨੂੰ ਅੰਡਰਸਟੈਂਡ ਕਰਨ ਲਈ। ਠੀਕ ਹੈ, ਵਿਜ਼ੂਅਲ ਰਿਪਰੈਜ਼ੈਂਟੇਸ਼ਨ ਨੂੰ ਅੰਡਰਸਟੈਂਡ ਕਰਨ ਲਈ। ਜਿੱਦਾਂ ਸਪੋਜ਼ ਇੰਗਲਿਸ਼ ਹੈ, ਇੰਗਲਿਸ਼ 'ਚ ਜਿਹੜਾ ਐਲਫਾਬੈਟ A ਹੈ ਉਹਦਾ ਸਾਊਂਡ ਹੁੰਦਾ ਹੈ ਅ, ਜਿਹੜਾ ਐਲਫਾਬੈਟ D ਹੈ ਉਹਦਾ ਸਾਊਂਡ ਹੁੰਦਾ ਹੈ ਡ। ਮਤਲਬ ਅਸੀਂ ਕੀ ਕਰ ਰਹੇ ਹਾਂ, ਜੋ ਵੀ ਡਿਫਰੈਂਟ ਸਿੰਬਲਸ ਨੇ ਅਲੱਗ-ਅਲੱਗ ਭਾਸ਼ਾਵਾਂ 'ਚ, ਅਲੱਗ-ਅਲੱਗ ਲੈਂਗੁਏਜਸ 'ਚ, ਉਹ ਸਾਊਂਡਸ ਨੂੰ ਅਸੀਂ ਅੰਡਰਸਟੈਂਡ ਕਰਕੇ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ। ਠੀਕ ਹੈ, ਜਿੱਦਾਂ D ਸਾਊਂਡਸ ਫॉर ਡ। ਠੀਕ ਹੈ, D ਫॉर ਡੌਗ, ਮਤਲਬ ਜੇ D ਤੋਂ ਸਟਾਰਟ ਹੋ ਰਿਹਾ ਤਾਂ ਡ ਡੌਗ। ਤੇ ਜਦ ਸਾਨੂੰ ਸਿੰਬਲਸ ਦਾ ਪਤਾ ਲੱਗਦਾ ਹੈ ਕਿ ਜਿਹੜੇ ਸਿੰਬਲਸ ਕਿਸ ਤਰ੍ਹਾਂ ਸਾਊਂਡ ਕਰ ਰਹੇ ਹੈ, ਅਸੀਂ ਵਰਡਸ ਨੂੰ ਜੋੜ ਕੇ ਪੜ੍ਹਦੇ ਹਾਂ। ਫਿਰ ਹੌਲੀ-ਹੌਲੀ ਜਦ ਸਾਨੂੰ ਵਰਡਸ ਪਤਾ ਲੱਗਣ ਲੱਗ ਜਾਂਦੇ ਹੈ, ਅਸੀਂ ਵਰਡਸ ਨੂੰ ਸੈਂਟੈਂਸਿਸ 'ਚ ਕਨਵਰਟ ਕਰਦੇ ਹਾਂ, ਤੇ ਜਦ ਸਾਨੂੰ ਸੈਂਟੈਂਸਿਸ ਦਾ ਪਤਾ ਲੱਗਣ ਲੱਗ ਜਾਂਦਾ ਹੈ ਤੇ ਅਸੀਂ ਉਸ ਲੈਂਗੁਏਜ ਨੂੰ ਯੂਜ਼ ਕਰਕੇ, ਉਸ ਭਾਸ਼ਾ ਨੂੰ ਯੂਜ਼ ਕਰਕੇ ਅਸੀਂ ਲੋਕਾਂ ਨਾਲ ਕਮਿਊਨੀਕੇਟ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਜੋ ਰੀਡਿੰਗ ਹੈ, ਰੀਡਿੰਗ ਬੇਸਿਕਲੀ ਕੀ ਹੈ? ਇੱਕ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ 'ਚ ਰੀਡਰ ਕੀ ਕਰ ਰਿਹਾ ਹੈ? ਰੀਡ ਕਰ ਰਿਹਾ ਹੈ। ਠੀਕ ਹੈ, ਜਦ ਉਹ ਰੀਡ ਕਰ ਰਿਹਾ, ਚੀਜ਼ਾਂ ਨੂੰ ਪੜ੍ਹ ਰਿਹਾ ਹੈ ਨਾ, ਇਹਦੇ ਨਾਲ ਉਹਦੀ ਨੌਲੇਜ 'ਚ ਵਾਧਾ ਹੁੰਦਾ ਹੈ। ਠੀਕ ਹੈ, ਜਦ ਵੀ ਅਸੀਂ ਲੈਟਸ ਸੇ ਕੋਈ ਕਰੰਟ ਅਫੇਅਰਸ ਪੜ੍ਹ ਰਹੇ ਹਾਂ ਅਸੀਂ, ਠੀਕ ਹੈ, ਨਿਊਜ਼ਪੇਪਰ ਪੜ੍ਹ ਰਹੇ ਹਾਂ, ਕੋਈ ਆਪਣੇ ਸਬਜੈਕਟ ਦੀ ਬੁੱਕ ਪੜ੍ਹ ਰਹੇ ਹਾਂ, ਤੇ ਇਹਦੇ ਨਾਲ ਕੀ ਹੋਏਗਾ? ਸਾਡੀ ਇਨਫੋਰਮੇਸ਼ਨ ਇਨਕਰੀਜ਼ ਹੋਏਗੀ, ਸਾਡੀ ਨੌਲੇਜ 'ਚ ਵਾਧਾ ਹੋਏਗਾ ਜੋ ਵੀ ਟੌਪਿਕ ਅਸੀਂ ਪੜ੍ਹ ਰਹੇ ਹੈਗੇ। ਠੀਕ ਹੈ, ਹੁਣ ਜਿਹੜੀ ਰੀਡਿੰਗ ਹੈ ਨਾ, ਰੀਡਿੰਗ ਬੇਸਿਕਲੀ 3 ਟਾਈਪਸ ਦੀ ਹੁੰਦੀਆਂ ਆ: ਫਾਸਟ ਰੀਡਿੰਗ, ਸਕਿਪ ਰੀਡਿੰਗ ਐਂਡ ਥੋਰੋ ਰੀਡਿੰਗ। ਠੀਕ ਹੈ, ਜਿਹੜੀ ਫਾਸਟ ਰੀਡਿੰਗ ਹੈ ਅਸੀਂ ਉਸ ਟਾਈਮ ਤੇ ਕਰਦੇ ਹਾਂ ਜਦ ਸਾਡੇ ਕੋਲ ਟਾਈਮ ਘੱਟ ਹੈ, ਅਸੀਂ ਸਿਰਫ ਜੋ ਅਨਨੋਨ ਟੌਪਿਕ ਹੈ ਉਹਦਾ ਓਵਰਵਿਊ ਲੈਣਾ ਆ। ਠੀਕ ਹੈ, ਓਵਰਵਿਊ ਲੈਣ ਲਈ ਅਸੀਂ ਛੇਤੀ ਪੜ੍ਹਦੇ ਹਾਂ ਕਿ ਇਸ ਟੌਪਿਕ 'ਚ ਕੀ ਹੈਗਾ ਆ। ਠੀਕ ਹੈ, ਫਾਸਟ ਰੀਡਿੰਗ ਅਸੀਂ ਉਸੇ ਟਾਈਮ ਕਰਦੇ ਹਾਂ ਜਦ ਸਾਡੇ ਕੋਲ ਟਾਈਮ ਘੱਟ ਹੈ ਤੇ ਅਸੀਂ ਟੌਪਿਕ ਦਾ ਓਵਰਵਿਊ ਲੈਣਾ ਹੈ।
ठीक है। फास्ट रीडिंग च मेन जिहड़ा फैक्टर हुंदा है ग्रास्पिंग पावर, मतलब हर कोई जिहड़ा पर्सन है वो फास्ट रीडिंग करके टॉपिक नू अंडरस्टैंड नहीं कर सकता, क्योंकि ਇਹਦੇ ਚ ਇੰਪੋਰਟੈਂਟ ਹੈ ਕਿ ਤੁਸੀਂ ਕਿੰਨੀ ਛੇਤੀ ਚੀਜ਼ਾਂ ਨੂੰ ਸਮਝਦੇ ਹੋ, ਕਿੰਨੀ ਛੇਤੀ ਤੁਸੀਂ ਗ੍ਰੈਸਪ ਕਰਦੇ ਹੋ ਚੀਜ਼ਾਂ ਨੂੰ, ਠੀਕ ਹੈ। ਫਾਸਟ ਰੀਡਿੰਗ ਚ ਜਿਹੜਾ ਵੀ ਪਰਸਨ ਫਾਸਟ ਰੀਡਿੰਗ ਕਰ ਰਿਹਾ ਆ ਉਹ 50 to 70 words per minute ਪੜ੍ਹਦਾ ਆ, ठीक है। देखो जब 1 मिनट च 60 सेकंड च असी 50 to 70 वर्ड्स पढ़ रहे हाँ ते उन्हां नू समझना भी जरूरी है, ठीक है। ते जेड़े पर्सन दी ग्रैस्पिंग पावर ज़्यादा होएगी, समझण दी क्षमता ज़्यादा होएगी, वो समझ सकदा है, ते जेदी ग्रैस्पिंग पावर लो होएगी उन्नू समझण च मुश्किल आएगी, ठीक है। कोई भी टॉपिक ले लो कि तुसी इंटरव्यू लिए जा रहे हो, तुहानू लगदा है कि जिहड़ा इंटरव्यूअर है, तुसी ऑल आर CSE एंड IT स्टूडेंट्स, तुहानू लगदा है कि जिहड़ा इंटरव्यूअर है वो डेटाबेस दे क्वेश्चन मैनू पुछ सकदा है, ठीक है, नॉर्मलाइजेशन मैनू पुछ सकदा है, ते तुसी की करोगे नॉर्मलाइजेशन दा एक ओवरव्यू ले लोगे छेती छेती, मतलब बिफोर ऑफिस उत्थे पहुंचन, इंटरव्यू प्लेस ते पहुंचन तो पहला, वैन्यू ते पहुंचन तो पहला तुसी की करोगे नॉर्मलाइजेशन, डेटाबेस की हुंदा है, स्कीमा की हुंदा है, टेबल्स की हुंदे है, ठीक है, किस तरह फर्स्ट नॉर्मलाइजेशन हुंदी है, सेकंड एंड सो ऑन, तुसी छेती छेती उहदा ओवरव्यू ले लोगे बिफोर एग्जाम या फिर बिफोर इंटरव्यू, उन्नू असी कहने आ फास्ट रीडिंग, ठीक है। फास्ट रीडिंग दा फायदा उदों ज़्यादा हुंदा आ जब तुसी वो टॉपिक पहला तो पढ़िया होवे, ठीक है। जब तुसी पहला एग्जाम तो एग्जाम लिए प्रिपेयर किया होया है, तुसी रिविजन कर रहे हो बिफोर एग्जाम, 10-15 मिनट रह गए तो सोचते हो अच्छा मैं ये टॉपिक दा ओवरव्यू ले लवां, ठीक है, उस टाइम ते फास्ट रीडिंग दा फायदा होएगा। नेक्स्ट टाइप ऑफ रीडिंग इज स्किप रीडिंग। स्किप रीडिंग जिहड़ी हैगी है वो असी उदों करदे आ जब पर्सन नू, उदों करदे आ असी स्किप रीडिंग जब पर्सन नू एक्चुअल च person who does not actually require to add to knowledge, मतलब वो ये समझदा है कि मैं जो चीज़ पढ़ रहा आ वो मैं अपनी नॉलेज च ऐड करना जरूरी नहीं है, एक ही है टाइम पास रीडिंग है, जिदा कि असी नॉवल्स पढ़ते हैं, मैगजीन्स पढ़ते हैं या न्यूज़पेपर पढ़ रहे हैं, ठीक है। न्यूज़पेपर करंट अफेयर्स हैगे है, असी पढ़ लैने आ, साडी नॉलेज च वाधा हो जाता है, बट ये जरूरी नहीं है कि सानू हर इंसीडेंट दा नेम, प्लेस, पर्सन इन्वॉल्वड सारा कुछ सानू पता होवे, ठीक है। स्किप रीडिंग असी उदों करते हैं जब सानू असी ये जरूरी नहीं समझते कि जो भी असी पढ़ रहे हैं उन्नू असी अपनी नॉलेज च ऐड ऑन करना है। इस तरह की रीडिंग बेसिकली टाइम पास रीडिंग होंदी है, जिदा असी नॉवल्स पढ़ रहे हैं, ठीक है, मैं फ्री हाँ ते व्हाट आई शुड डू, मैं एक नॉवल पढ़ लैनी हाँ, ठीक है। बट इहदे च की हुंदा आ सानू कुछ कुछ जिहड़ियां लाइनां हुंदियां ने या कुछ पैराग्राफ्स हुंदे ने वो इंटरस्टिंग लगदे ने ते असी उन्हां नू हमेशा याद रखदे हां। फाइन। नेक्स्ट टाइप ऑफ रीडिंग इज थॉरो रीडिंग। जिहड़ी थॉरो रीडिंग है ना, थॉरो रीडिंग एक बहुत वधिया तरीका हैगा आ जिहदे करके असी अपनी नॉलेज नू एनहांस करते हैं, मतलब जिहड़ा भी पर्टिकुलर टॉपिक है या जिस भी मैटर नू असी पढ़ रहे हैं असी उहनू बहुत ध्यान नाल पढ़ते हैं ताकि सानू वो चीज़ समझ लगे एंड समझ लगन तो बाद वो चीज़ साडी नॉलेज च वाधा कर सके, ठीक है। जिहड़ी थॉरो रीडिंग हुंदी है, थॉरो रीडिंग टाइम कंज्यूमिंग हुंदी है। टाइम कंज्यूमिंग क्यों हुंदी है? बिकॉज असी समझन लई पढ़ रहे हैगे आ, असी ज़्यादा टाइम स्पेंड करते हैं जो भी टॉपिक असी पढ़ रहे हैं, ते साडा जिहड़ा मेजर एम है, मेजर एम हुंदा आ, साडा मेन पर्पस हुंदा आ कि जिहड़ा भी टॉपिक असी पढ़ रहे हैं वो चंगी तरह सानू समझ आवे, ठीक है। एक बार पढ़ते हैं, जे एक बार पढ़न च समझ नहीं आंदा ते असी रीविजिट करते हैं, असी दोबारा उस टॉपिक नू पढ़ते हैं वंस और ट्वाइस और मोर देन ट्वाइस, ठीक है। बिकॉज साडा मेन पर्पस ये है कि असी अपनी नॉलेज च वाधा कर सकीए, ठीक है। थॉरो रीडिंग जिहड़ी बेसिकली हुंदी है वो स्टूडेंट्स द्वारा की जाती है जब भी असी अपना कोई सबजैक्ट पढ़ रहे हैं ते असी चाहते हैं कि ये सबजैक्ट मैनू बहुत चंगी तरह समझ आवे ते मैं उहदे लई की करदी हां, मैं थॉरो रीडिंग करदी हां, हर टॉपिक नू डिटेल च पढ़दी हां, ठीक है, ताकि मैनू हर चीज़ चंगी तरह समझ आवे।
ठीक है। स्टूडेंट्स ने की करना हुंदा है, दे हैव टू प्रिपेयर फॉर एग्जाम्स, इसे ਲਈ ਉਹ ਕੀ ਕਰਦੇ ਆ ਆਪਣੇ ਸਬਜੈਕਟਸ ਦੀ ਥੋਰੋ ਰੀਡਿੰਗ ਕਰਦੇ ਆ। ਹੋਰ ਕੌਣ ਥੋਰੋ ਰੀਡਿੰਗ ਕਰ ਸਕਦਾ ਆ? ਜਿਹੜੇ ਲੋਕਾਂ ਨੇ ਪੇਪਰ ਪ੍ਰੈਜੈਂਟੇਸ਼ਨ ਕਰਨੀ ਹੈ, ਕੋਈ ਸੈਮੀਨਾਰ ਹੈ, ਕੋਈ ਕਾਨਫਰੰਸ ਹੈ, ਉੱਥੇ ਉਹਨਾਂ ਨੇ ਜਿਹੜੀ ਪੇਪਰ ਪ੍ਰੈਜੈਂਟੇਸ਼ਨ ਕਰਨੀ ਹੈ, ਉਹ ਪੇਪਰ ਪ੍ਰੈਜੈਂਟੇਸ਼ਨ ਲਈ ਵੀ ਉਹ ਕੀ ਕਰਦੇ ਆ? ਥੋਰੋ ਰੀਡਿੰਗ ਕਰਦੇ ਆ ਕਿ ਜੋ ਵੀ ਉਹ ਰਿਸਰਚ ਵਰਕ ਕਰ ਰਿਹਾ, ਜੋ ਵੀ ਉਹ ਪੇਪਰ ਪ੍ਰੈਜੈਂਟੇਸ਼ਨ 'ਚ ਪੇਪਰ ਪ੍ਰੈਜੈਂਟ ਕਰਨਾ ਆ, ਉਹਨਾਂ ਨੂੰ ਉਹਦੇ ਬਾਰੇ ਸਾਰਾ ਕੁਝ ਪਤਾ ਹੋਵੇ। Okay, so once again I'm telling you thorough reading is the best way to enhance your knowledge कि असी अपनी knowledge च वाधा करन ली thoroughly deeply अपने topic नू डिस्कस करते हैं, उन्नू ध्यान नाल पढ़ते हैं। जे सानू जेड़ियां चीज़ां नहीं समझ आंदियां उन्हां नू रीविजिट करते हैं, दोबारा तो पढ़ते हैं, 2 बार पढ़ते हैं, 3 बार पढ़ते हैं, जे जरूरत होवे ते ज़्यादा बार भी पढ़ते हैं।